देख रहे सारे दर्शकों ਨੂੰ ਮੇਰੀ यानी ਸਮਰੀਤ ਬਾਜਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਾਲਸਾ ਕਾਲਜ ਅੰਮ੍ਰਿਤਸਰ ਨੇ ਪੂਰੇ ਹੀ ਦੇਸ਼ ਨੂੰ ਮੈਨੂੰ ਲੱਗਦਾ ਕਿ ਬਹੁਤ ਸਾਰੇ ਹੀਰੇ ਦਿੱਤੇ ਨੇ। ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿੱਥੇ ਮੈਂ ਅੱਜ ਪਹੁੰਚੀ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਥੀਏਟਰ ਡਿਪਾਰਟਮੈਂਟ। ਇਹ ਇੱਕ ਸਮਾਂ ਸੀ ਜਦੋਂ ਸਟੂਡੈਂਟ ਸੈਂਟਰ ਸੀਗਾ ਤੇ ਅੱਜ ਥੀਏਟਰ ਡਿਪਾਰਟਮੈਂਟ ਹੈ। ਤੇ ਇਸੇ ਸਟੂਡੈਂਟ ਸੈਂਟਰ ਦੇ ਵਿੱਚ ਸਾਡਾ ਇੱਕ ਹੀਰਾ ਬਹੁਤ ਪ੍ਰੈਕਟਿਸ ਕਰਦਾ ਹੁੰਦਾ ਸੀ ਥੀਏਟਰ ਦੀ। ਉਹ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਉਹ ਨੇ ਜੀ ਰਜੀਵ ਠਾਕੁਰ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵਿਸਾਖੀ ਮੇਲਾ ਚੱਲ ਰਿਹਾ ਜਿੱਥੇ ਰਜੀਵ ਠਾਕੁਰ ਜੀ ਸਾਡੇ ਕੋਲ ਪਹੁੰਚੇ ਨੇ। ਉਹਨਾਂ ਦਾ ਇੰਟਰਵਿਊ ਤੁਹਾਡੇ ਸਾਹਮਣੇ ਅਸੀਂ ਰੱਖ ਚੁੱਕੇ ਹਾਂ। ਸੋ ਉਹਨਾਂ ਦੀ ਆਪਣੀ ਇੱਕ ਇੱਛਾ ਸੀਗੀ ਕਿ ਉਹ ਥੀਏਟਰ ਡਿਪਾਰਟਮੈਂਟ ਵਿਜ਼ਿਟ ਕਰਨਾ ਚਾਹੁੰਦੇ ਨੇ, ਉਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਸੋ ਅੰਦਰ ਹੀ ਨੇ, ਆਓ ਮਿਲਦੇ ਹਾਂ ਤੇ ਜਾਣਦੇ ਹਾਂ ਤੇ ਸੁਣਦੇ ਹਾਂ ਉਹਨਾਂ ਦੀ ਇਸ ਇੰਟਰੈਕਸ਼ਨ। ਜਿੱਦਾਂ ਮੈਂ ਸ਼ੁਰੂ ਕੀਤਾ ਫਲੋ ਬੰਦਾ ਗਿਆ ਲਾਸਟ ਚੰਕ ਰਹਿ ਗਿਆ ਮੇਰਾ ਬਸ ਫਿਲਮਾਂ ਵਾਲਾ। ਉਹ ਮੈਨੂੰ ਲੱਗਦਾ ਜਾਨੀ ਜਹਾਜ਼ ਕਮਾ ਮੈਂ ਕਿਤਾਬ ਲੈਣੀ ਨਹੀਂ ਐ ਖਰੀਦਣੀ ਨਹੀਂ ਤੇ ਮੈਂ ਕਹਿੰਦਾ ਕਿਤਾਬ ਲੈ ਜਾਣਾ ਕਿਤਾਬ ਨਹੀਂ ਕਰਦਾ। ਤੇ ਇਹ ਮੈਂ ਹੁਣ ਲਾਕਡਾਊਨ ਚ ਪੜ੍ਹਨੀ ਸ਼ੁਰੂ ਕੀਤੀ। ਉਸ ਤੋਂ ਪਹਿਲਾਂ ਤੇ ਆਪ ਹੀ ਨਹੀਂ ਪੜ੍ਹੇ ਤੇ ਕਿਤਾਬਾਂ ਉੱਥੇ ਪੜ੍ਹਨੀ ਸੀ। ਪੜ੍ਹਨਾ ਹੀ ਨਹੀਂ, ਮੇਰੀ ਨਜ਼ਰ ਕਮਜ਼ੋਰ ਹੋ ਗਈ। ਮੈਨੂੰ ਹੁਣ ਪਤਾ ਲੱਗਾ ਵੀ 60 ਕਿਤਾਬਾਂ ਪੜ੍ਹੋਗੇ ਤੇ ਨਜ਼ਰ ਕਮਜ਼ੋਰ ਹੋਣੀ। ਮੈਨੂੰ ਐਵੇਂ ਲੱਗਦਾ ਹੁੰਦਾ ਕਹਿੰਦੇ ਨਾ ਇਹ ਬੜਾ ਪੜ੍ਹਾਕੂ ਇਹਨੂੰ ਮਿਹਨਤ ਲੱਗਦੀ। ਮੈਨੂੰ ਹੁਣ ਪਤਾ ਲੱਗਦਾ ਵਾਕਈ ਲੱਗ ਜਾਂਦੀ ਜ਼ਿਆਦਾ ਪੜ੍ਹ ਲਓ। ਸੋ ਪੜ੍ਹ ਕੇ ਵੀ ਬਹੁਤ ਸਮਝ ਆਉਂਦਾ, ਪੜ੍ਹਿਆ ਵੀ ਲਓ। ਮੋਬਾਈਲ ਤਾਂ ਬਹੁਤ ਆਹ ਜਗ੍ਹਾ ਦੇ ਨਾਲ ਤੁਹਾਡੀ ਪਹਿਲੀ ਐਸੋਸੀਏਸ਼ਨ ਕੀ ਹੋ ਤੁਸੀਂ ਆਹ ਜਗ੍ਹਾ ਦੇ ਕੀ ਹੁੰਦਾ ਜਦੋਂ ਤੁਸੀਂ ਪੜ੍ਹਦੇ ਸੀ? ਇਹ ਕੀ ਕਹਿੰਦੇ ਸਟੂਡੈਂਟ ਸੈਂਟਰ ਸਟੂਡੈਂਟ ਸੈਂਟਰ ਵਿੱਚ ਅਖਬਾਰਾਂ ਪੜ੍ਹਨ ਲੱਗੀ ਹੋਈ ਹੈ ਜਾਂ ਅਖਬਾਰਾਂ ਪੜ੍ਹ ਲਓ। ਮਤਲਬ ਲਾਇਬ੍ਰੇਰੀ ਟਾਈਪ ਸੀ ਬੇਸਿਕਲੀ। ਕਿਸੇ ਨੇ ਕੁਝ ਪੜ੍ਹਨਾ ਹੈ ਫਿਰ ਹੌਲੀ ਹੋ ਗਈ ਸਟੂਡੈਂਟ ਸੈਂਟਰ ਕਲਚਰਲ ਐਕਟੀਵਿਟੀਜ਼ ਕਨਵਰਟ ਹੋ ਗਏ। ਫਿਰ ਟੇਬਲ ਤੋਂ ਚੁਕਾਤੇ थे कुर्सियाँ बहन लगी फिर खाली करा लिया कि अपने बहन मुझे सामने वाला म्यूजिक रूम से इधर वाला प्रीतम का कमरा से प्रीतम भाई का मंजा भी लगा हुआ है वही इधर वो कि उधर ऑफिस मतलब प्रीतम भाई है बेहतरीन सा का मजा। हाँ जी हाँ जी कल्चरल एक्टिविटी है। हाँ जी हाँ जी मजमा एस रौनक एस ਜਦੋਂ ਥੀਏਟਰ ਕਰਦੇ ਹਾਂ इसकी थीएटर प्रिपरेशन वगैरह सब नहीं बिल्कुल रौनक होती सी। म्यूजिक वाले भंगड़े वाले जितने वाले बेसिक जितने भी कल्चरल ਦੇ ਬੰਦੇ ਉਹ ਇੱਥੇ ਸਾਰੇ ਹੁਣ ਵੀ ਇਹ ਜਗ੍ਹਾ ਨਿੱਕੀ ਬਖਸ਼ਾ ਕਿ ਕੱਲ ਪ੍ਰੋਗਰਾਮ ਜਿਹੜਾ ਸੀ ਉਹ ਸਾਰੇ ਕਾਲਜ ਦਾ ਸੀ ਪਰ ਇੱਕ ਇੱਕ ਬੱਚਾ ਸਾਡਾ ਡਿਪਾਰਟਮੈਂਟ ਦਾ ਕਿਤੇ ਖੁੱਲ੍ਹਾ ਰਹਿ ਗਿਆ। ਮੈਂ ਸਵੇਰੇ ਵੇਖਿਆ ਮਤਲਬ ਕਿ ਸਾਰੇ ਬੱਚੇ ਇੱਥੇ ਹੀ ਹੁੰਦੇ ਹਾਲੇ ਤਿਆਰ ਹੁੰਦੇ ਜਿਨ੍ਹਾਂ ਨੂੰ ਬਖਸ਼ ਮੈਂ ਉਹ ਤਾਂ ਕਹਿੰਦਾ ਕਿ ਇੱਥੇ ਆ ਕੇ ਮੈਂ ਕਹਿੰਦਾ ਵੀ 4 ਬੰਦਿਆਂ ਦਾ ਲੈਕਚਰ ਵੀ ਫ੍ਰੀ ਹੈਗਾ। ਜਿਹੜੇ ਆਰਟਿਸਟ ਆਉਂਦਾ ਉਹ ਇੱਥੇ ਆਉਂਦੇ। ਹੁਣ ਵੀ ਇੱਥੇ ਹੀ ਹੈ ਮਿਊਜ਼ਿਕ ਡਿਪਾਰਟਮੈਂਟ ਦੇ ਸਟੂਡੈਂਟ ਮੈਕਸਿਮਮ ਇੱਥੇ ਹੀ ਆਉਂਦੇ ਡਾਂਸ ਵਾਲੇ ਟੀਚਰ ਵੀ ਇੱਥੇ ਆ ਕੇ ਬੈਠੇ ਨੇ। ਹਾਲ ਹਲੇ ਕੋਈ ਨਹੀਂ ਬਖਸ਼ ਵੀ ਏਸੀ ਕਾਲਜ ਚ ਹਾਂ ਜੀ ਹਾਂ ਜੀ ਇੰਨੇ ਲੋਕੀ ਇੱਥੇ ਆਉਂਦੇ ਆ ਸਾਰੇ ਜਦੋਂ ਥੋੜੀ ਪਸੀਨੇ ਨਾਲ ਹੀ ਵਾਪਸ ਜਾਣ। ਉਸ ਬੱਚਾ ਦੇ ਤੇ ਇਹੀ ਸਾਨੂੰ ਲੱਗਦਾ ਕਿ ਕੋਈ ਬੱਚੇ ਜਿੱਦਾਂ ਸਾਇੰਸ ਦੀ ਹੈ ਕੋਈ ਉਹ 2 ਸਮੈਸਟਰ ਹੀ ਇੱਥੇ ਰਹੀ ਆ। ਸੋ ਕਈਆਂ ਲੋਕਾਂ ਨੂੰ ਮੈਨੂੰ ਲੱਗਦਾ ਹੁਣ ਟੂਰ ਟੈਕਸ ਵੀ ਲਾਉਣਾ ਚਾਹੀਦਾ ਪੌੜੀ ਉਤਰਨ ਤੇ ਉਹਨਾਂ ਦੇ 20-25 ਰੁਪਏ ਕੱਟੇ ਜਾਣੇ। ਉਹ ਤਾਂ ਵੱਡੇ ਆ ਕੱਲ ਨੂੰ ਪਤਾ ਲੱਗੇ ਕਿ ਇਸ ਤੋਂ ਬੜੇ ਆਰਟਿਸਟ ਨਿਕਲੇ ਹੁਣ ਪਤਾ ਲੱਗੇ ਇੱਕ ਤਾਂ ਸਾਇੰਟਿਸਟ ਵੀ ਨਿਕਲੇ। ਨਹੀਂ ਜਦੋਂ ਸਾਇੰਟਿਸਟ ਵੀ ਨਿਕਲਿਆ ਪਤਾ ਲੱਗੇ ਉਹਨੇ ਖੋਜ ਇੱਥੇ ਹੀ ਕੀਤੀ ਕੋਈ। ਉਧਰ ਕਾਫੀ ਸਟ੍ਰੈਸ ਹੁੰਦਾ ਨਾ ਇੱਥੇ ਆ ਕੇ ਬਾਬਾ ਜਿੰਦਗੀ ਕਾਇੰਡ ਆਫ ਪੜਾਸ ਪਲੂਸ ਕੱਢ ਜਾਂਦੀ ਆ ਸੋਸ ਜਾਂਦੀ ਇੱਥੇ ਇੱਕ ਦੋ ਬੱਚੇ ਕੁੱਟ ਜਾਂਦੀ ਇੱਥੇ ਕੀ ਕੁੱਟ ਬੜੇ ਕ੍ਰੀਏਟਿਵ ਹੁੰਦੇ ਹਾਂ ਨਹੀਂ ਹੈ ਤਾਂ ਵਧੀਆ ਪਾਣਾ ਨਹੀਂ ਜਗ੍ਹਾ ਕੋਈ ਸਵਾਲ ਕੁਛ ਜੱਟੀ ਦੀ ਮੁੱਦਾ ਮੇਰੇ ਕੋਈ ਨਹੀਂ ਗੱਲਾਂ ਪੁੱਛਦਾ ਜਨਾ ਉੱਥੇ ਸਾਹਮਣੇ ਆ ਕੇ ਬੈਠ ਹਾਂ ਪੁੱਛ ਲਓ ਜੀ। ਕੋਈ ਗੱਲ ਪੁੱਛਣੀ ਪੁੱਛ ਕੋਈ ਐਕਟਿੰਗ ਬਾਰੇ ਕੋਈ ਤੇਰੇ ਦਿਮਾਗ 'ਚ ਡਾਊਟ ਹੈਗਾ ਜੀ ਹੁਣੇ ਕਲੀਅਰ ਕਰ ਬੈਠ ਇੱਕ ਬੜਾ ਅੱਛਾ ਮੌਕਾ ਹੈ ਹੋਰ ਵੀ ਆ ਜਾਓ ਅੱਗੇ ਆ ਜਾਓ ਸਭ ਅੱਗੇ ਬਹਿ ਜਾਓ ਦੂਜੇ ਅੱਗੇ ਆ ਜਾਓ ਇੱਥੇ ਬੈਠ ਜਾਓ ਜਿਹਨੂੰ ਲੱਗਦਾ ਹੈ ਕਰਕੇ ਸੰਧੂ ਸਾਹਿਬ ਦਾ ਸਾਰੇ ਆਦਰ ਇੱਥੇ ਸੁਨੀਦੀ ਬੈਠ ਜਾਓ ਨਾ ਸਾਰੇ। ਅੱਗੇ ਆ ਜਾਓ ਕੋਈ ਦਿਮਾਗ 'ਚ ਡਾਊਟ ਹੈਗਾ ਕੋਈ ਐਕਟਿੰਗ ਬਾਰੇ ਥੀਏਟਰ ਬਾਰੇ ਕੀ ਜਾਂ ਕਿਸ ਤਰ੍ਹਾਂ ਪੁੱਛ ਸਕਦਾ ਕਿਉਂਕਿ ਮੈਂ ਵੀ ਇੱਕ ਘੱਟ ਹੈ ਭਾਵ ਉਹਨਾਂ ਦਾ ਐਕਸਪੀਰੀਅੰਸ ਬੜਾ ਵਾਸਟ ਹੈ ਉਹਨਾਂ ਤੋਂ ਤੁਸੀਂ ਕੋਈ ਗੱਲ ਸ਼ੇਅਰ ਕਰ ਸਕਦੇ ਪੁੱਛ ਸਕਦੇ ਜੇ ਇਹਨਾਂ ਨੂੰ ਕੋਈ ਸਵਾਲ ਵੀ ਆ ਗਿਆ ਜੇ ਇਹਨਾਂ ਨੂੰ ਕੋਈ ਸਵਾਲ ਵੀ ਆ ਗਿਆ ਪੁੱਛੋ ਕ੍ਰੀਏਟੀਵਿਟੀ ਦੀ ਸਵਾਲ ਕਰਨੀ ਤਾਂ ਸਵਾਲ ਨਹੀਂ ਆਉਂਦੇ। सर मतलब ਫਾਲਤੂ ਨਹੀਂ ਪੁੱਛਿਆ ਪਹਿਲੀ ਗੱਲ ਇਹਨੇ ਕਿਸੇ ਨੇ ਕਿਹਾ ਤਾਂ ਹੁਣ ਮੈਂ ਪੁੱਛ ਹੀ ਲੈਣਾ ਚਾਹੁੰਦਾ। ਹਾਂ बात नहीं मतलब मजे नाल रिलेटेड मतलब जो तुझे तो स्टार्ट किया ही जो कॉलेज चाहे हो गए ਜਾਂ ਜਿਵੇਂ ਦੀ ਐਕਟੀਵਿਟੀਜ਼ ਨਾਲ ਸ਼ੁਰੂ ਕੀਤਾ ਤੁਹਾਡਾ ਸਟਰਗਲ ਟਾਈਮ ਮਤਲਬ ਕਿਵੇਂ ਦਾ ਸੀ ਜਾਂ ਕਿਵੇਂ ਰਿਹਾ ਤੁਸੀਂ ਕਿਵੇਂ ਉਹ ਟਾਈਮ ਪੀਰੀਅਡ ਆਪਣੇ ਤੋਂ ਸਟਰਗਲ ਕੁਛ ਨਹੀਂ ਹੁੰਦੀ ਇਹਦੇ ਮਜ਼ੇ ਹੈ ਨਾਲ ਹੀ ਸਟਰਗਲ ਹੈ।
ਉਹਦੇ ਸਾਰੇ ਮਤਲਬ ਮਤਲਬ ਤੁਸੀਂ ਜਦੋਂ ਬੇਟਾ ਜਦੋਂ ਬੱਚੇ ਹੋ ਜਾਂਦੇ ਤੇ ਘਰੇ ਤਾਂ ਰੋਟੀ ਦੇ ਬੋਝੇ ਕੋਲ ਉਹ ਤੁਹਾਨੂੰ ਯਾਦ ਆਣਾ ਵੀ ਇਹ ਸਟਰਗਲ ਹੈ ਹੀ ਨਹੀਂ ਸੀ ਜਦੋਂ ਤੁਹਾਨੂੰ ਚਾਲੂ ਹੋ ਗਿਆ ਸਰ ਠੀਕ ਹੈ ਮਤਲਬ ਉਹਦੇ ਟਾਈਮ ਬੀਤ ਸਟਰਗਲ ਜਾਣ ਤੋਂ ਮੈਂ ਬਾਅਦ ਗੱਲ ਦੱਸਾਂ ਇੱਕ ਨਾ ਆ ਵਰਡ ਕੱਟੋ ਲਾਈਫ ਸਟਰਗਲ ਇਹ ਸੋਚਣਾ ਹੀ ਨਹੀਂ ਜ਼ਿੰਦਗੀ ਦੇ ਹਰ ਇੱਕ ਪਲ ਦਾ ਮਜ਼ਾ ਲੈਣਾ ਸੀ ਜੇ ਮਜ਼ਾ ਲੋਗੇ ਤਾਂ ਸਟਰਗਲ ਹੈ ਹੀ ਨਹੀਂ ਲਾਈਫ 'ਚ ਔਰ ਇਹ ਤਾਂ ਹੈ ਹੀ ਨਹੀਂ ਕਾਲਜ ਲਾਈਫ ਗੋਲਡਨ ਪੀਰੀਅਡ ਆਫ ਲਾਈਫ ਇਹ ਤਾਂ ਸਟਰਗਲ ਹੈ ਹੀ ਨਹੀਂ ਕੌਣ ਕਹਿੰਦਾ ਸਟਰਗਲ ਮੈਂ ਮਤਲਬ ਇਹ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਵਰਡ ਜਿਹੜਾ ਸਟਰਗਲ ਇਹ ਹੈ ਨਹੀਂ ਦੁਨੀਆ 'ਚ ਇਹ ਅਸੀਂ ਬਣਾਇਆ ਅਸੀਂ ਕ੍ਰੀਏਟ ਕੀਤਾ ਰਿਕਸ਼ੇ ਵਾਲਾ ਜੋ ਕੰਮ ਕਰਦਾ ਉਹ ਕਹਿੰਦਾ ਨਾ ਕੰਮ ਤੇ ਚੱਲੋ ਉਹ ਕਿ ਤੁਹਾਡੇ ਲੋਕ ਕਿੰਨੀ ਕੋਈ ਸਟਰਗਲ ਹੈ ਉਹ ਜੀ ਚਲੋ ਸਟਰਗਲ ਦੀ ਲਾਈਫ you struggle with it. This is all experience, learnings. ਜਿੰਨਾ ਹਾਸਿਲ ਕਰ ਮੈਂ ਕੱਲ ਵੀ ਇਹੀ ਗੱਲ ਕਹੀ ਸੀ ਕਿ ਅਸੀਂ ਜਿੰਨਾ ਗਰੀਬੀ ਕੀਤਾ ਤਾਂ ਅਸੀਂ ਸੁਖੀ ਹੋ ਗਿਆ ਕਿਉਂਕਿ ਅਸੀਂ ਸਿੱਖ ਲਿਆ ਸਾਨੂੰ ਲਿਖਣਾ ਆ ਗਿਆ ਸਾਨੂੰ ਡਾਇਰੈਕਟ ਕਰਨਾ ਆ ਗਿਆ ਨਹੀਂ ਤੇ ਇਹਦੇ ਲਈ ਕੋਰਸ ਕਰਨੇ ਪੈਂਦੇ ਤੁਹਾਡੇ ਵਾਂਗ ਐਡਮਿਸ਼ਨਾਂ ਲੈਣੀਆਂ ਪੈਂਦੀਆਂ ਸਾਨੂੰ ਲੈਣੀਆਂ ਪਈਆਂ ਅਸੀਂ ਕਰਦੇ ਕਰਦੇ ਸਿੱਖ ਲਿਆ ਕਿਉਂਕਿ ਆਪ ਹੀ ਡਾਇਰੈਕਟ ਕਰਦੇ ਸੀ ਆਪ ਹੀ ਲਿਖਦੇ ਸੀ ਰਹਿ ਕੇ आप ही प्रोडक्शन डिजाइन करते थे क्यों मैं डिजाइन करी जाना कराया ही नहीं किसी ने ਉਹਨਾਂ ਵਕਤਾਂ ਵਿੱਚ ਇੱਕ ਜਿਹੜੇ ਬਾਹਰੋਂ ਆਉਂਦੇ ਸੀ ਕੋਈ ਡਾਇਰੈਕਟਰ ਵਗੈਰਾ ਮੈਨੂੰ ਲੱਗਦਾ ਉਹ ਆਉਂਦੇ ਨਹੀਂ नहीं सानू नहीं मिलेगा कि ਉਹ ਆਪ ਹੀ ਕਰ ਲੈਂਦੇ आप ही मतलब ਅਸੀਂ थोड़ा पीछे चलते थे बट अपना ਹੁੰਦਾ ਸੀ ਪਿੱਛੇ ਚੱਲਣ ਦਾ ਮਤਲਬ ਹੈ ਕਿ ਜਾ ਕੇ ਕਿਸੇ ਨੇ ਪਲੇ ਦੇਖਿਆ ਅੱਛਾ ਇਦਾਂ ਕਰਨਾ ਅਗਲੇ ਸਾਲ ਅਸੀਂ ਉਦਾਂ ਦਾ ਕਰਨਾ ਉਹਨਾਂ ਨੇ ਹੋਰ ਕੀ ਕਰਨਾ ਦੈਟਸ ਅਨਦਰ ਬਟ ਇੱਕ ਟਾਈਮ ਆਇਆ ਜਦੋਂ 2-4 ਵਾਰੀ ਕਰਨ ਤੋਂ ਬਾਅਦ ਨਾ ਤੇ ਤੀਜੀ ਵਾਰ ਉਹਨਾਂ ਨੇ ਇੱਕ ਸਟੈਪ ਅੱਗੇ ਕੀਤਾ ਸੀ ਉਹ 2 ਸਟੈਪ ਅੱਗੇ ਸੀ ਕਿਉਂਕਿ ਉਹ ਸਾਡੀ ਕ੍ਰੀਏਟੀਵਿਟੀ ਵੱਧ ਗਈ ਸੀ ਮੈਂ ਐਗਜ਼ਾਮਪਲ ਦਿੰਦਾ ਕੇਵਲ ਭਾ ਕਿੰਨਾ ਵੱਡਾ ਨਾਮ ਕਿੰਨਾ ਵੱਡਾ ਐਕਸਪੀਰੀਅੰਸ ਹੈਗਾ ਮੈਨੂੰ ਥੀਏਟਰ ਨਹੀਂ ਦਿੰਦਾ ਮੈਨੂੰ ਮਤਲਬ ਐਜ਼ ਏ ਕਮੇਡੀਅਨ ਨਹੀਂ ਦਿੰਦਾ ਮੈਨੂੰ ਡੀਵੀ ਕੇ ਡੀਵੀ ਦੀ ਸਕ੍ਰਿਪਟ ਦੇ ਦਿੱਤੀ ਮਾਈਂਡ ਦੇ ਦਿੱਤੀ ਸਟੋਰੀ ਦੇ ਪਲੇ ਦੇ ਦਿੱਤਾ लेकिन वो डायरेक्ट बुक फेस्टिवल मैंने भी 3 चीज़ें दे दी स्क्रिप्ट बनाओ माइंड बनाओ स्टोरी बनाओ प्ले मेरे को दे नहीं पाया उत्थे जिस अमाउंट के उत्ते मैं स्किट कराना सी जिस अमाउंट के उत्ते स्किट भी तैयारी करना मैं खालसा कॉलेज घूमन फड़िया सी पूरा थिएटर जिहदे च लाइटिंग का खर्चा मेरा कॉस्ट्यूम भी मेरे सैट ਤੇ ਲਾਈਟਿੰਗ ਵਾਈਟਿੰਗ ਜੋ ਕਰਨਾ ਮਤਲਬ ਸਭ ਮੈਂ ਹੈਗਾ ਉਹਨਾਂ ਨੇ ਕੋਈ ਪੈਸੇ ਦੇਣਾ ਕਿੰਨੇ ਪੈਸੇ ਦਿੱਤੇ 80000 ਵਿੱਚ ਸਭ ਕਰਾਣਾ ਸਭ ਖਰਚੇ ਮੇਰੇ ਮੇਰੀ ਜੇਬ ਤੋਂ 10000 ਰੁਪਏ ਕਰਾਉਣ ਦਾ ਮੇਰੀ ਜੇਬ ਤੋਂ 10000 ਰੁਪਏ ਸੀ 10,000 ਦਾ ਖਰਚਾ ਆਇਆ ਕਾਲਜ ਦੇ ਕਰਾਉਣ ਉਸ ਸਾਲ ਦਾ ਪਲੇ ਆਇਆ ਸੀ ਪਹਿਲਾ ਪਲੇ वुमेन कॉलेज चौन गई दूजे साल प्रिंसिपल पसंद आया मैं कहते 10,000 मेरा पहले पैसे नहीं बेटा लाख लिया मैं क्या बड़ी बहादुरी की मैं तो आधा 90,000 होता लाख खर्चा ही मेरा कहते नहीं बेटा इन्ना करेगा फिर भाई उस साल मिले पैरल फर्स्ट डिग्री फर्स्ट खासा और वुमेन फर्स्ट तीजा साल जो मेरा आज तक आपके सारे फेस्टिवल कराना वो कराया असी फर्स्ट इंग्लिश के सेकंड लाख के पूरा खेल सो क्रिएटिविटी का मुੱਲ ਤੇ ਕੋਈ ਲੈਣਾ ਨਹੀਂ ਇਹ ਗੱਲ ਯਾਦ ਰੱਖੋ ਸਿਰ ਹੈ ਤੁਹਾਡਾ ਕੋਈ ਥੀਏਟਰ ਦੇ ਵਿੱਚ ਪੈਸੇ ਨਾਲ ਕਰੋ ਫੈਮਿਲੀ ਉਹ ਐਕਸਕਿਊਜ਼ ਹੈ ਸਾਡੇ ਲਾਈਫ ਦੇ ਉਹ ਨਹੀਂ ਉਹਨਾਂ ਦੇ ਪੈਸੇ ਬੜਾ ਲਾਤਾ ਸੈੱਟ ਤੇ ਕੋਸਟਿਊਮ ਦੇ ਪੈਸਾ ਬੜਾ ਲਾਤਾ ਲਾਈਟਿੰਗ ਤੇ ਬੜਾ ਲਾਤਾ ਰੇਸਰ ਤੇ ਬੜਾ ਲਾਤਾ ਤੇ ਜਦੋਂ ਇੱਕ ਉੱਥੇ ਗਲਤੀ ਹੋਈ ਨਾ ਸਟੇਜ ਤੇ ਸਾਰਾ ਪੈਸਾ ਮਿਲ ਗਿਆ ਇਸ ਕਰਕੇ ਭਰੋਸਾ ਆਪਣੇ ਦੇ ਚੱਲੀ ਪਰਫਾਰਮੈਂਸ ਆ ਉਸ ਵੇਲੇ ਜੱਜਾਂ ਨੇ ਜਿਹੜੇ ਬੰਨ ਲਿਆ ਨਾ ਉਹ ਹੀ ਵਿਜੇਤਾ ਉਹ ਸਾਲ ਦੇ ਰਿਜ਼ਲਟ ਪਤਾ ਕੀ ਸੀ ਹੁਣ ਮੇਰਾ ਪਰਪਸ ਇਹ ਹੁੰਦਾ ਕਿ ਪਲੇ ਇਹਨਾਂ ਦਾ ਫਸਟ ਆ ਜਾਏ ਬੀਬੀ ਦੀ ਸਕਿਟ ਫਸਟ ਆ ਜਾਏ ਸੈਕਿੰਡ ਇਹ ਸਕਿਟ ਸੈਕਿੰਡ ਸ਼ੁਰੂ ਹੋ ਜਾਏ ਉਹ ਸਭ ਪਲੇ ਵੀ ਫਸਟ ਸਕਿਟ ਪੈਰਲਲ ਫਸਟ ਦੋਨੋਂ ਫਸਟ बीवी की फर्स्ट वुमन की फर्स्ट माइंड की बीवी की फर्स्ट वुमन की फर्स्ट सिर्फ स्ट्रॉन्ग सी ओनली फर्स्ट इन सेकंड मैं क्या हूँ संन्यास ले लो पर मेरा छाड़ दो
ਤੇ ਗੁਰਤੇਜ ਉਹਦੀ ਗੱਡੀ ਖਾ ਰਿਹਾ ਮੇਰੇ ਅੰਡਰ ਉਹ ਸੀਗਾ ਐਸੋਸੀਏਟ ਉਹ ਸੀਗਾ ਅੱਜ ਤੱਕ ਖਾ ਰਿਹਾ ਉਹਦੀ ਗੱਡੀ ਸਿਰਫ ਮੈਂ ਕ੍ਰੈਡਿਟ ਸਟਰਗਲ ਕੋਈ ਲਾਈਫ ਚ ਸਟਰਗਲ ਦੇ ਜੇ ਅੱਜ ਦੇਖਾ ਜਾਏ ਅੱਜ ਵੀ ਅਸੀਂ ਕਰ ਰਹੇ एक्सपीरियंस है चीज ना तो करनी थोड़ा और हॉली बोल रहे हैं ਇਹ ਮੇਰੇ ਡਾਊਟ ਸਾਰਿਆਂ ਦਾ ਹੈਗਾ ਸਾਰਿਆਂ ਨਾਲ ਸਟਰਗਲ ਹੋ ਰਹੀ ਹੈ ਸਾਰਿਆਂ ਨਾਲ ਸਟਰਗਲ ਹੋ ਰਹੀ ਹੈ ਜਾਂ ਕਰਨੀ ਪੈਣੀ ਹੈ तो स्ट्रगल ਹੁੰਦੀ ਉਹ ਗੱਲ ਸਫਰ ਇਹੀ ਹੈ मेरे डैडी ਸਭ ਤੋਂ ਪਹਿਲਾਂ ਕਰਨ ਵਾਲੇ ਕਰਦੇ ਹੁੰਦੇ ਆ ਇਹਦੇ ਚ ਕੁਛ ਨਹੀਂ ਆ ਸਭ ਤੋਂ ਪਹਿਲਾਂ ਕਰਨ ਵਾਲੇ ਕਰਦੇ ਹੁੰਦੇ ਆ ਅੰਦਰੋਂ ਨਾ ਚਾਹਦੇ ਹੁੰਦੇ ਕਰ ਜੋ ਉਹ ਸੋਸਾਇਟੀ ਦੇ ਪ੍ਰੈਸ਼ਰ ਨਾਲ ਕਹਿ ਦਿੰਦਾ ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਪਰ ਨਾ ਇੱਕ ਮੈਨੂੰ ਇਹ ਵੀ ਲੱਗਦਾ ਹੈ ਕਿਸੇ ਵੇਲੇ ਨਾ ਕਿ ਫੋਨ ਸਾਈਲੈਂਟ ਕਰਨਾ ਚਾਹੀਦਾ ਕਿਸੇ ਨੂੰ ਇਹ ਵੀ ਲੱਗਦਾ ਫੋਨ ਸਾਈਲੈਂਟ ਕਰਨਾ ਚਾਹੀਦਾ ਜ਼ਿੰਦਗੀ 'ਚ ਹਮੇਸ਼ਾ ਫੋਨ ਸਾਈਲੈਂਟ ਰੱਖੋ ਬਹੁਤ ਡਿਸਟਰਬ ਕਰਦਾ ਨੋਟੀਫਿਕੇਸ਼ਨਾਂ ਬੰਦ ਰੱਖੋ ਫੋਨ ਦੀ ਫੋਨ ਦੇ ਉੱਤੇ ਨੋਟੀਫਿਕੇਸ਼ਨ ਨਹੀਂ ਆਉਣੀ ਚਾਹੀਦੀ ਕਦੀ ਵੀ ਨਹੀਂ ਆਉਣੀ ਚਾਹੀਦੀ ਕਿਸੇ ਵੀ ਚੀਜ਼ अपनी इंस्टा स्टोरी सारी के बारे नोटिफिकेशन बंद करो लाइफ स्क्रीन पर नहीं आनी चाहिए क्योंकि उन्हें तुम हर एक मिनट डिस्ट्रैक्ट करना डिस्ट्रैक्ट हो घंटे बाद चेक कर लिया लभ जाना सब कुछ जो आया होया पर वो हर मिनट नहीं होना चाहिए तो हर मिनट से लाइट जा रही हर मिनट से लाइट जा रही ध्यान इधर सब बंद कर दो मोबाइल बहुत बड़ी डिस्ट्रैक्शन है लाइफ और आया जाकिर खान एक शो कर रहे थे खास को वो उधर करता शायद कल कॉमेडी नहीं करता क्योंकि शायर बहुत बढ़िया राइटर बहुत अच्छा है शायरी बहुत अच्छी जो वो करता है ना 2-2.5 घंटे शो करना सौखा होता है जो तुम शायरी आती शायरी बहुत पावरफुल चीज़ कविता बहुत पावरफुल चीज़ जो तुम करनी आती है बहुत ऑडियंस कॉल आते जो तुम्हारी कॉमेडी भी होगी स्ट्रॉन्ग फिर भी इधरों नहीं हसाया इधरों ताड़ी इधरों हसाया इधरों ताड़ी वो इमोशन क्रिएट कर रहे हैं क्योंकि शायरी के रोमांस की भी बुरी गल कह देंगे इमोशन की भी बुरी गल कह देंगे कॉमेडी कह जाते हो बुरी गल लोग हसते हैं फील लेना थोड़ा औखा होता है तो शायरी बड़ा सौखा होता है कह के फील ले जाए वो मेरा पास नहीं है मैं शायरी लिख लेना है मुझे याद नहीं सब तो बड़ी मेरी प्रॉब्लम है उन्हें तुझे पहली लाइन बोलो दूसरी बना पाऊँ बट याद नहीं होती हाँ ये मेरा बहुत बहुत माइनस है शायरी याद नहीं थी मैं सोचा मेरा की प्लस है जिद उन्हें अपने स्टैंडअप को एक अलग लैवल पे लै गया मेरा की प्लस है मैं अपने प्लस केड़ा है जिन्होंने लै जाए फिर मैं यार मेरा प्लस करे स्टैंडअप को ना थिएटर किया जाए ये तो किसी ने नहीं किया ये आइडिया सर तो ही होता मतलब कॉमेडी तो अलावा थिएटर की ना चाहिए था मेरा थिएटर का सफर घट है गिनती वाइज मतलब प्लेज वाइज पर जिन्ना है स्ट्रॉन्ग हो का मतलब कि टचवुड जिन्ने प्ले किए सारे मेल लीड जो तुम एक मेल लीड कर लेते हो तो एक्सपीरियंस बाकी नालों ज़्यादा कोशिश करा करो कि जिन्ना वध रियाज मैंने विनय पाठक सर ने विनय पाठक जी जी थिएटर में अमेरिका वगैरह करके आए
ਉਹਨੇ ਇੱਕੋ ਗੱਲ ਕਹੀ ਸੀ ਮੈਨੂੰ ਬਹੁਤ ਜੱਜ ਕਹਿੰਦੇ ਜਿਸ ਚੀਜ਼ ਦਾ ਰਿਆਜ਼ ਤੁਸੀਂ 10,000 ਘੰਟੇ ਕਰ ਰਹੇ ਹੋ ਉਹਦੇ ਲਈ ਮਾਸਟਰ ਹੋਇਆ ਪਾਰੰਗਤ ਦਾ ਵਰਡ ਸੀ ਤੇ ਤੁਸੀਂ ਪਾਰੰਗਤ ਹੋ ਜਾਂਦੇ ਹੋ ਵਿਦਾ ਦੇ ਵਿੱਚ ਜਿਸ ਵਿਦਾ ਦੇ ਵਿੱਚ ਤੁਸੀਂ 10,000 ਘੰਟੇ ਰਿਹਾ ਸਕਦੇ ਸਾਲ ਲੱਗੇ ਸਰ ਤੁਸੀਂ ਮਤਲਬ ਇਹ ਸੋਚਦੇ ਹੋ ਕਿ ਇੱਕ ਪਰਫਾਰਮਰ ਦੀ ਜਿਹੜੀ ਹੈ ਆਰਟਿਸਟ ਦੀ ਪਰਫਾਰਮੈਂਸ ਤੇ ਇੱਕ ਰਾਈਟਰ ਦੀ ਸਕ੍ਰਿਪਟ ਦਾ ਅਸਰ ਪੈਂਦਾ ਹੈ ਕਿਉਂਕਿ ਕਾਫੀ ਟਾਈਮ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਤੁਹਾਨੂੰ ਤੇ ਕਪਿਲ ਸ਼ਰਮਾ ਜੀ ਨੂੰ ਦੇਖਿਆ ਕਾਮੇਡੀ ਸਰਕਸ ਤੇ ਸਕ੍ਰਿਪਟ ਵਾਈਜ਼ ਕਈਆਂ ਦੀ ਸਕ੍ਰਿਪਟ ਕਾਫੀ ਅੱਛੀ ਹੁੰਦੀ ਸੀ ਕਈਆਂ ਦੀ ਠੀਕ ਠਾਕ ਵੀ ਹੁੰਦੀ ਸੀ ਤੇ ਉਹਨਾਂ ਦੀ ਪਰਫਾਰਮੈਂਸ ਤੇ ਵੀ ਸਕ੍ਰਿਪਟ ਦਾ ਅਸਰ ਪੈਂਦਾ ਸੀ ਤੁਸੀਂ ਇਹ ਦੋ ਸੋਚਦੇ ਖਲ ਹੁੰਦੇ ਆ ਸਕ੍ਰਿਪਟ ਤੇ ਪਰਫਾਰਮੈਂਸ ਦਾ ਫਰਕ ਹੈ ਦੂਜਾ ਪਰਫਾਰਮੈਂਸ ਦੀ ਸਕ੍ਰਿਪਟ ਨੂੰ ਫਰਕ ਹੈ ਸੋ ਜੇਕਰ ਕਪਿਲ ਦੀ ਸਕ੍ਰਿਪਟ ਕਿਸੇ ਨੂੰ ਵੀ ਦੇ ਦਿੱਤੀ ਹੈ ਕੋਈ ਨਹੀਂ ਕਰ ਸਕਦਾ ਉਹ ਬਹੁਤ ਮਾਸਟਰ ਹੈ ਉਸ ਚੀਜ਼ਾਂ ਨੂੰ ਕਰਨ 'ਚ ਉਹ ਸਾਨੂੰ ਵੇਖਣ ਨੂੰ ਲੱਗਦਾ ਵੀ ਸਕ੍ਰਿਪਟ ਵਧੀਆ ਕਰਦਾ ਵਧੀਆ ਵਰਨਾ ਉਹ ਲਾਈਨਾਂ ਕਿਸੇ ਨੂੰ ਵੀ ਦੇ ਦਿੱਤੀ ਹੈ ਵਰਕ ਨਹੀਂ ਕਰਦਾ ਦੇਖਿਆ ਮਤਲਬ ਜੇ ਮੈਂ ਕਪਿਲ ਦੀ ਸਕ੍ਰਿਪਟ ਕਰਾਂ ਤੇ ਉਨੀ ਵਧੀਆ ਨਹੀਂ ਕਰਨ ਦਾ ਤਰੀਕਾ ਹਰ ਇੱਕ ਦਾ ਆਪਣਾ ਨਹੀਂ ਉਹ ਕਰੈਕਟਰ ਕਰਦਾ ਨਾ ਹਾਂ ਡਿਪੈਂਡ ਹੈ ਕਰੈਕਟਰ ਉਹਦੇ ਅੰਦਰ ਵਸੇ ਹੋਏ ਸਾਡੇ ਅੰਦਰ ਹੈ ਨਹੀਂ ਤੇ ਉਹ ਕੀ ਕਰਦਾ ਸਕ੍ਰਿਪਟ ਦੇ ਨਾਲ ਉਹਦੀ ਸ਼ਰਾਰਤ ਲੈ ਕੇ ਆਉਂਦਾ ਸਟੇਜ ਵਿੱਚ ਉਸ ਕਰੈਕਟਰ ਸਟਾਈਲ ਜਿਹੜਾ ਉਹ ਆਪਣੀ ਉਹਦੀ ਸ਼ਰਾਰਤ ਹੈ ਉਸ ਬੰਦੇ ਦੇ ਅੰਦਰ ਹੁਣ ਜਿਵੇਂ ਦਵਿੰਦਰ ਸਰ ਨੇ ਜਦੋਂ ਗੱਲ ਕਰਦੇ ਕਰਦੇ ਆਪਣੀ ਗੱਲ ਕਰ ਜਾਂਦੇ ਜੇ ਤੁਹਾਨੂੰ ਮੈਂ ਕਹਾਂ ਕਿ ਦਵਿੰਦਰ ਸਿੰਘ ਬਣੋ ਜਦ ਤੱਕ ਉਹ ਤੁਸੀਂ ਅੰਦਰ ਨਹੀਂ ਵਾੜਿਆ ਧਾਰਿਆ ਨਹੀਂ ਹੈ ਉਹ ਕਰੈਕਟਰ ਦੀ ਸ਼ਰਾਰਤ ਬਹੁਤ ਲੈ ਜਾਂਦਾ ਇਸ ਤਰ੍ਹਾਂ ਸਕ੍ਰਿਪਟਾਂ ਵੀ ਹੁੰਦੀਆਂ ਉੱਪਰ ਤੇ ਪਰ ਉਹਦੇ 'ਚ ਕਾਮੇਡੀ ਸਰਕਸ 'ਚ ਇਹ ਚੱਕਰ ਹੁੰਦਾ ਸੀ ਕਿ ਸਕ੍ਰਿਪਟ ਦੇ ਜ਼ਿੰਮੇਦਾਰ ਤੁਸੀਂ ਜਿਹੜਾ ਬੰਦਾ ਪਰਫਾਰਮ ਕਰ ਤੁਸੀਂ ਰਾਈਟਰ ਨਾਲ ਬੈਠ ਕੇ ਕਿੰਨੀ ਚੰਗੀ ਕਰ ਸਕਦੇ ਸਰ ਮਤਲਬ ਇਹੀ ਜਗ੍ਹਾ ਤੇ ਸਟੂਡੈਂਟ ਸੈਂਟਰ ਸੀਗਾ ਹੈ ਨਾ ਤੇ ਅੱਜ ਤੁਸੀਂ ਬੀ ਵਾਕ ਮਤਲਬ ਕਿਉਂਕਿ ਬੜੇ ਸਾਰੇ ਕੋਰਸਿਸ ਚੱਲ ਰਹੇ ਆ ਥੀਏਟਰ ਦੇ ਵਿੱਚ ਸੋ ਉਹਦੇ ਲਈ ਸਾਡੇ ਜਿਹੜੇ ਆਡੀਅנס ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੁੰਦਾ ਕਿ ਲਾਈਫ 'ਚ ਜੇ ਬੋਰ ਹੋ ਰਹੇ ਹੋ ਤਾਂ ਕੋਈ ਨਵੀਂ ਚੀਜ਼ ਅਟੈਂਪਟ ਕਰਨਾ ਚਾਹੁੰਦੇ ਹੋ ਤਾਂ ਥੀਏਟਰ ਜਿਹੜਾ ਤੁਹਾਡੀ ਮਤਲਬ ਸਿਰਫ ਕਲਾ ਵਾਲੀ ਚੀਜ਼ ਨੂੰ ਨਹੀਂ ਉਭਾਰਦਾ ਤੁਹਾਡੇ ਅੰਦਰ ਦੇ ਸੈਲਫ ਕੌਨਫੀਡੈਂਸ ਨੂੰ ਵੀ ਉਭਾਰਦਾ ਉਹ ਬਹੁਤ ਜ਼ਰੂਰੀ ਹੈ